ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 11 ਫਰਵਰੀ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਇਹ ਹੈ ਕਿ ਮੁਲਕ ਦੇ ਵਿੱਚ ਮਾਰਸ਼ਾਅੱਲਾ ਕਿਹੋ ਜਿਹਾ ਲੱਗਾ ਹੋਇਆ ਹੈ ਕਿ ਪੁਲਿਸ ਵੀ ਹੱਥ ਖੜੇ ਕਰ ਗਈ। ਇੱਕ ਪਾਸੇ ਤੇ ਪੁਲਿਸ ਜ਼ੁਲਮ ਕਰ ਰਹੀ। ਅਸੀਂ ਲਾਹੌਰ 'ਚ ਤੁਹਾਨੂੰ ਦੱਸਿਆ ਵੀ ਇੱਕ ਮੰਗਣ ਵਾਲੀ ਦੀ ਇੱਜ਼ਤ ਲੁੱਟ ਰਹੇ ਸਨ, ਕਿਸੇ ਨੇ ਫਿਲਮ ਬਣਾ ਲਈ ਤੇ ਉਹਨੂੰ ਗੋਲੀ ਮਾਰ ਛੱਡੀ। ਦੂਸਰੇ ਪਾਸੇ ਘਰ ਦੇ ਵਿੱਚ ਛਾਪਾ ਮਾਰ ਰਹੇ ਸਨ ਤੇ ਉੱਥੇ ਜਿਹੜੀ ਬਜ਼ੁਰਗ ਵਾਲਦਾ ਸੀ ਉਹਨੂੰ ਹਾਰਟ ਅਟੈਕ ਹੋਇਆ। ਇਹ ਸਭ ਕੁਝ ਵੇਖ ਕੇ ਤੇ ਉਹ ਫੌਤ ਹੋ ਗਏ। ਤੀਜੇ ਪਾਸੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਕੋਟ ਅੱਦੂ ਦੇ ਲੋਕਲ ਲੀਡਰ ਯਾਸਰ ਮਾਨ, ਉਹਨਾਂ ਨੂੰ ਤਸ਼ੱਦਦ ਕਰਕੇ ਔਰ ਉਹਨਾਂ ਦੇ ਘਰ ਛਾਪਾ ਮਾਰ ਕੇ 8 ਫਰਵਰੀ ਦਾ ਜਿਹੜਾ ਇhtਜਾਜ ਸੀ ਉਹਦੇ ਸਿਲਸਿਲੇ 'ਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਤੇ ਚੌਥੇ ਪਾਸੇ ਪੁਲਿਸ ਜਿਹੜੀ ਹੈ ਉਹ ਆਪ ਹੱਥ ਖੜੇ ਕੀਤੀ ਖੜੀ ਹੈ ਔਰ ਮਾਮਲਾ ਤੁਹਾਨੂੰ ਬਾਬਲ ਨਗਰ ਵਰਗਾ ਲੱਗਦਾ ਹੈ। ਉਹ ਖਬਰ ਹੈ ਸਰਾਏ ਆਲਮਗੀਰ ਗੁਜਰਾਤ, ਜਿੱਥੋਂ 2 ਭਰਾਵਾਂ ਨੂੰ ਏਜੰਸੀਆਂ ਨੇ ਚੁੱਕ ਲਿਆ ਸਿਰਫ ਇਸ ਬੁਨਿਆਦ ਤੇ ਕਿ ਆਲੀਆ ਹਮਜ਼ਾ ਉਹਨਾਂ ਦੇ ਘਰ ਆਈਆਂ ਸੀ। ਆਲੀਆ ਹਮਜ਼ਾ ਨੂੰ ਹਾਲ ਹੀ 'ਚ ਇਮਰਾਨ ਖਾਨ ਸਾਹਿਬ ਨੇ ਨਵੀਂ ਜ਼ਿੰਮੇਵਾਰੀ ਦਿੱਤੀ ਹੈ ਔਰ ਜ਼ਿੰਮੇਵਾਰੀ ਇਹ ਹੈ ਕਿ ਪੰਜਾਬ ਦੀ ਜਿਹੜੀ ਤਨਜ਼ੀਮ ਹੈ ਉਹਦੇ 'ਚ ਜ਼ਰਾ ਨਵੀਂ ਰੂਹ ਪਾਈ ਜਾਏ ਔਰ ਨਵੀਂ ਤਨਜ਼ੀਮ ਦੇ ਵਿੱਚ ਲੋਕਾਂ ਨੂੰ ਭਰਤੀ ਕੀਤਾ ਜਾਏ ਔਰ ਮਾਮਲਾ ਜਿਹੜੇ ਨੇ ਉਹ ਅੱਗੇ ਚਲਾਏ ਜਾਣ। ਲੇਕਿਨ ਇਹ ਮਾਮਲਾ ਤੇ ਚਲੋ ਜਿਹੜੀ ਆਲੀਆ ਹਮਜ਼ਾ ਸਾਹਿਬਾਂ ਨੇ ਉਹ ਕਰ ਹੀ ਰਹੇ ਨੇ, ਡਿਫਰੈਂਟ ਜਗ੍ਹਾ ਦੇ ਉੱਤੇ ਦੌਰੇ ਕਰ ਰਹੇ ਨੇ, ਲੋਕਾਂ ਨੂੰ ਮੁਤਵੱਜੇ ਕਰ ਰਹੇ ਨੇ, ਲੋਕਾਂ ਨੂੰ ਹਿੰਮਤ ਦੇ ਰਹੇ ਨੇ। ਲੇਕਿਨ ਦੂਜੇ ਪਾਸੇ ਏਜੰਸੀਆਂ ਔਰ ਪੁਲਿਸ ਵੀ ਪਿੱਛੇ ਚੜ੍ਹ ਗਈ। ਐਸਾ ਘਰ ਜਿੱਥੇ ਉਹ ਗਏ ਉੱਥੋਂ 2 ਭਰਾਵਾਂ ਨੂੰ ਚੁੱਕ ਲਿਆ ਔਰ ਲੋਕਲ DSP ਜਿਹੜਾ ਹੈ, ਕਿਉਂਕਿ ਉਹਨੇ ਜ਼ਾਹਿਰ ਹੈ ਉਸੇ ਇਲਾਕੇ ਦਾ ਉਹਦਾ ਉਹਨਾਂ ਨਾਲ ਤਲਕ ਵੀ ਹੋਏਗਾ, ਉਹਨੇ ਉਹਨਾਂ ਨੂੰ ਫੇਸ ਵੀ ਕਰਨਾ ਹੋਏਗਾ, ਉਹ ਹੁਣ ਕਿੱਡੀ ਬੇਬਸੀ ਦਾ ਇਜ਼ਹਾਰ ਕਰ ਰਿਹਾ ਇਹ ਤੁਹਾਡੇ ਸਾਹਮਣੇ ਰੱਖਦੇ। ਇਹ ਜ਼ਰਾ ਸੁਣੋ, ਉਹਦੀ ਜਿਹੜੀ ਆਡੀਓ ਕਾਲ ਲੀਕ ਹੋਈ ਹੈ, ਜ਼ਰਾ ਲੋਕਲ DSP ਦੀ ਗੱਲਬਾਤ ਸੁਣੋ। ਅੱਜ ਲਾਟ ਸਾਹਿਬ ਇਹਨਾਂ ਕੋਲ PTI ਦੀ ਨਾ ਔਰਤ ਆਈ ਸੀ ਜਿਹੜੀ ਆਰਮੀ ਚੀਫ ਸਾਹਿਬ ਦੇ ਖਿਲਾਫ ਬਿਆਨ ਦਿੰਦੀ ਰਹੀ। ਇਹ ਭਾਈ ਦਾ ਕੋਈ ਇਸ਼ੂ ਨਹੀਂ ਹੈ, ਏਜੰਸੀਆਂ ਦਾ ਇਸ਼ੂ ਹੈ। ਤੇ ਤੁਸੀਂ ਵੀ ਜ਼ਰਾ ਸਮਝਿਆ ਕਰੋ, ਏਜੰਸੀਆਂ ਨੇ ਛੱਡਣਾ ਹੈ ਜਾਂ ਏਜੰਸੀਆਂ ਨੇ ਫੜਾਉਣਾ। ਇਹਦੇ ਵਿੱਚ ਇਹਨਾਂ ਭਾਈ ਕੁਝ ਵੀ ਨਹੀਂ ਕਰ ਸਕਦੇ, ਭਾਈ ਸ਼ਰਾਦ ਕੁਝ ਵੀ ਨਹੀਂ ਕਰ ਸਕਦਾ, ਏਜੰਸੀਆਂ ਦਾ ਇਸ਼ੂ ਹੈ। ਇਹਨਾਂ ਕੋਲ ਆਰਮੀ ਚੀਫ ਸਾਹਿਬ ਦੇ ਜਿਹੜੇ ਖਿਲਾਫ ਬਿਆਨ ਦਿੰਦੀ ਰਹੀ ਔਰਤ ਆਈ ਸੀ, ਇਹ ਕੁਝ ਨਹੀਂ ਕਰ ਸਕਦੇ। ਭਾਈ ਤੁਸੀਂ ਵੀ ਥੋੜ੍ਹੀ ਸਾਰੀ ਗੱਲ ਸਮਝ ਲਿਆ ਕਰੋ। ਅਸੀਂ ਤੇ ਆਰਮੀ ਦੇ ਨਾਲ ਹਾਂ, ਅਸੀਂ ਤੇ ਜਿਹੜਾ PTI ਦਾ ਬੰਦਾ ਉਹਦੇ ਅਸੀਂ ਇਸ ਸਖਤ ਖਿਲਾਫ ਹਾਂ। ਤੁਸੀਂ ਵੀ ਥੋੜ੍ਹੀ ਸਾਰੀ ਜ਼ਰਾ ਗੱਲ ਸਮਝ ਲਿਆ ਕਰੋ ਭਾਈ। ਸੁਣ ਲਿਆ ਜੀ, ਇਹ ਲੋਕਲ DSP ਹੈ ਜਿਹੜਾ ਹੱਥ ਖਿਲਾਰੀ ਖੜਾ ਹੈ ਔਰ ਇਹ ਕਹਿ ਰਿਹਾ ਵੀ ਮੇਰੇ ਵੱਸੋਂ ਹਰ ਸ਼ੈ ਬਾਹਰ ਹੈ ਤੇ ਇਹ ਵਿਚਾਰਾ ਵੀ ਇੱਕ ਕਿਸਮ ਦੀਆਂ ਮਾਫੀਆਂ ਹੀ ਮੰਗ ਰਿਹਾ ਹੈ। ਹੁਣ ਤੁਸੀਂ ਆਪ ਗੌਰ ਕਰ ਲਓ ਕਿ ਇੱਕ ਪਾਸੇ ਪੁਲਿਸ ਦਾ ਇਹ ਹਾਲ ਹੈ, ਦੂਜੇ ਪਾਸੇ ਦਹਿਸ਼ਤਗਰਦ ਆਜ਼ਾਦ ਫਿਰ ਰਹੇ ਨੇ, ਮੁਜਰਮ ਵੀ ਆਜ਼ਾਦ ਫਿਰ ਰਹੇ ਨੇ। ਨਾ ਕੋਈ ਦਹਿਸ਼ਤਗਰਦਾਂ ਨੂੰ ਪੁੱਛਣ ਵਾਲਾ, ਨਾ ਕੋਈ ਮੁਜਰਮਾਂ ਨੂੰ ਪੁੱਛਣ ਵਾਲਾ। ਇਹ ਅਗਰ ਅਸੀਂ ਜੇਲਮ ਦੀ ਗੱਲ ਹੀ ਕਰ ਲਈਏ, ਸਰਾਏ ਆਲਮਗੀਰ ਦੀ ਗੱਲ ਕਰ ਲਈਏ, ਤੇ ਜ਼ਾਹਿਰ ਹੈ ਪਿੰਡੀ ਡਿਵੀਜ਼ਨ 'ਚ ਆਉਂਦਾ ਹੈ। ਪਿੰਡੀ ਡਿਵੀਜ਼ਨ 'ਚ ਆਉਂਦਾ ਹੈ ਤੇ ਰਾਵਲਪਿੰਡੀ ਡਿਵੀਜ਼ਨ 'ਚ ਵੇਖੀਏ ਤੇ 9000 ਇਸ਼ਤਿਹਾਰੀ ਮੁਜਰਮਾਨ ਜਿਹੜੇ ਨੇ ਉਹਨਾਂ ਨੂੰ ਪੁਲਿਸ ਨੇ ਫੜਨਾ ਹੈ, ਜਿਨ੍ਹਾਂ 'ਚ ਉਹ ਨਾਕਾਮ ਹੈ। ਕਿੰਨੇ ਜੀ? 9000 ਇਸ਼ਤਿਹਾਰੀ ਮੁਜਰਮਾਨ ਜਿਹੜੇ ਨੇ ਉਹ ਇਸ ਵੇਲੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਹੈਗੇ। ਮਾਂ ਦੀ ਹਕੂਮਤ ਹੈ ਤੇ ਤੁਸੀਂ ਵੇਖੋ ਵੀ ਉਹਨਾਂ ਕੰਮ ਜਿਹੜਾ ਉਹ ਤੁੰਨ ਕੇ ਰੱਖਿਆ ਮਾਂ ਦੀ ਹਕੂਮਤ ਨੇ। ਉਹਨਾਂ ਨੂੰ ਇਸ ਗੱਲ ਦੇ ਉੱਤੇ ਕੋਈ ਸ਼ਰਮਿੰਦਗੀ ਨਹੀਂ ਕਿ 9000 ਬੰਦਾ ਜਿਹੜਾ ਉਹ ਇਸ ਵੇਲੇ ਸਾਡੀ ਪਕੜ ਦੇ ਵਿੱਚ ਨਹੀਂ ਹੈਗਾ। ਅੱਛਾ ਜੀ, ਮੁਲਕ ਦੇ ਵਿੱਚ ਚੀਨੀ ਦੀਆਂ ਕੀਮਤਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਹੋਸ਼ਰਬਾ ਕਿਸਮ ਦਾ ਇਜ਼ਾਫਾ ਹੋ ਗਿਆ, ਪਹਿਲੀ ਖਬਰ। ਦੂਜੀ ਖਬਰ, ਪਾਕਿਸਤਾਨ ਤੋਂ ਅਫਗਾਨਿਸਤਾਨ ਨੂੰ ਚੀਨੀ ਬਰਾਮਦ ਕਰਨ ਦੇ ਵਿੱਚ ਵੀ ਹੋਸ਼ਰਬਾ ਇਜ਼ਾਫਾ ਹੋ ਗਿਆ। ਇਹ ਹੁਣ ਦੋਵਾਂ ਗੱਲਾਂ ਦਾ ਕੋਈ ਤਾਲਮੇਲ ਨਹੀਂ, ਸਵਾਏ ਇਸ ਤੋਂ ਕਿ ਇਹ ਜਿਹੜਾ ਹੁਕਮਰਾਨ ਟੱਬਰ ਨੇ ਜਾਂ ਅਸ਼ਰਾਫੀਆ ਉਹਨਾਂ ਦੀਆਂ ਸ਼ੂਗਰ ਮਿੱਲਾਂ ਨੇ ਤੋਂ ਫਾਇਦਾ ਚੁੱਕ ਰਹੇ ਨੇ। ਅਗਰ ਮੁਲਕ 'ਚ ਚੀਨੀ ਦੀ ਡਿਮਾਂਡ ਬਹੁਤੀ ਹੈ ਜਿਹਦੀ ਵਜ੍ਹਾ ਤੋਂ ਪ੍ਰਾਈਸ ਜ਼ਿਆਦਾ ਹੋ ਰਹੀ ਹੈ ਤੇ ਉਹਦੀ ਐਕਸਪੋਰਟ ਡੱਕਣੀ ਚਾਹੀਦੀ, ਲੇਕਿਨ ਐਕਸਪੋਰਟ ਵੀ ਵਧਾ ਦਿੱਤੀ ਹੈ ਤੇ ਨਾਲ ਕੀਮਤ ਵੀ ਵਧਾ ਦਿੱਤੀ ਹੈ। ਤੇ ਤੀਜਾ ਫੈਕਟਰ ਵੀ ਇਹਦੇ ਵਿੱਚ ਹੈਗਾ, ਉਹ ਕਿਸਾਨ ਨੇ, ਉਹਨਾਂ ਨੂੰ ਮਾਰ ਛੱਡਿਆ। ਹੁਣ ਅਗਰ ਚੀਨੀ ਦੀ ਕੀਮਤ ਵਧਣ ਡਈ ਹੈ, ਐਕਸਪੋਰਟ ਵੀ ਵਧਣ ਡਈ ਹੈ, ਤਾਂ ਉਹਦਾ ਕੁਝ ਫਾਇਦਾ ਕਿਸਾਨ ਨੂੰ ਵੀ ਲੱਭਣਾ ਚਾਹੀਦਾ ਸੀ। ਕੋਈ 4 ਆਨੇ ਉਹਨੂੰ ਵੀ ਦੇ ਦਿਓ, ਪਰ ਉਹਨੂੰ ਨਹੀਂ ਦੇਣੇ। ਨਾ ਉਹਦਾ ਰੇਟ ਵਧਾਇਆ, ਨਾ ਉਹਦਾ ਗੰਨਾ ਸਹੀ ਤੁਲਦਾ ਤੇ ਨਾ ਉਹਨੂੰ ਪੇਮੈਂਟ ਸਹੀ ਟਾਈਮ ਤੇ ਮਿਲਣੀ ਹੈ। ਇਸੇ ਲਈ ਜ਼ਿਮੀਂਦਾਰਾਂ ਨੂੰ ਜਿਹੜਾ ਉਹ ਇਮਰਾਨ ਖਾਨ ਚੇਤੇ ਆਉਂਦਾ, ਕਿਉਂਕਿ ਜਦੋਂ ਇਮਰਾਨ ਖਾਨ ਦੀ ਹਕੂਮਤ ਸੀ ਤੇ ਪਿਛਲੇ 50 ਸਾਲਾਂ 'ਚ ਸ਼ਾਇਦ ਪਹਿਲੀ ਵਾਰੀ ਕਿਸਾਨਾਂ ਨੂੰ ਜਿਹੜਾ ਵੇਲੇ ਦੇ ਉੱਤੇ ਰੁਪਈਏ ਵੀ ਲੱਭੇ, ਵੇਲੇ ਦੇ ਉੱਤੇ ਜਿਹੜੀ ਉਹ ਫਸਲ ਵੀ ਸੁੱਟੀ ਗਈ ਤੇ ਪੂਰਾ ਮੁੱਲ ਵੀ ਲੱਗਿਆ ਤੇ ਪੂਰਾ ਤੋਲ ਵੀ ਲੱਭਿਆ। ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਹੁਣ ਕਿਸਾਨ ਨੂੰ ਯਾਦ ਆਉਂਦੀਆਂ ਨੇ। ਵਾਕਿਆ ਹੀ ਜਦੋਂ ਅਸੀਂ ਕਿਸੇ ਨੂੰ ਰੋਨੇ ਹਾਂ ਤੇ ਅਸਲ 'ਚ ਅਸੀਂ ਆਪਣੀਆਂ ਲੋੜਾਂ ਨੂੰ ਰੋਨੇ ਹਾਂ। ਬੰਦਿਆਂ ਨੂੰ ਤੇ ਇੱਥੇ ਜਿਹੜਾ ਇਨਸਾਨ ਹੈ ਉਹ ਤੇ ਰੱਬ ਦਾ ਸ਼ੁਕਰ ਨਹੀਂ ਅਦਾ ਕਰਦਾ, ਬੰਦਿਆਂ ਦਾ ਕੀ ਕਰਨਾ ਹੈ। ਲੇਕਿਨ ਜਦੋਂ ਸਾਨੂੰ ਰੋਣ ਆਉਂਦਾ ਤੇ ਆਪਣੀਆਂ ਲੋੜਾਂ ਦਾ ਆਉਂਦਾ। ਇਸ ਵੇਲੇ ਲੋਕਾਂ ਨੂੰ ਜਿਹੜੇ ਠੰਡ ਦੀਆਂ ਸਿਆਲੂ ਰਾਤਾਂ ਜਿਹੜੀਆਂ ਨੇ ਤੁਹਾਨੂੰ ਪਤਾ ਹੈ ਉਹ ਘਰ ਦੇ ਵਿੱਚ
ਭਾਰੀ ਰਜ਼ਾਈ ਥੱਲੇ ਵੀ ਤੁਹਾਨੂੰ ਜਿਹੜੀ ਠੰਡ ਲੱਗਦੀ ਹੈ, ਉਹਨਾਂ ਲੋਕਾਂ ਦੀ ਸੋਚੋ ਜਿਹੜੇ ਮਜ਼ਦੂਰੀ ਕਰਨ ਵਾਸਤੇ ਲਾਹੌਰ, ਇਸਲਾਮਾਬਾਦ ਉਹਨਾਂ ਸ਼ਹਿਰਾਂ 'ਚ ਨੇ ਤੇ ਉਹਨਾਂ ਕੋਲ ਰਹਿਣ ਨੂੰ ਥਾਂ ਨਹੀਂ ਤੇ ਸੜਕਾਂ ਤੇ ਸੌਂਦੇ ਨੇ। ਉਹਨਾਂ ਨੂੰ ਜਿਸ ਵੇਲੇ ਠੰਡ ਲੱਗਦੀ ਸੀ ਤੇ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਦਾ, ਇਮਰਾਨ ਖਾਨ ਸਕੂਨ ਨਾਲ ਨਹੀਂ ਸੀ ਸੌਂਦਾ। ਉਹ ਇਹ ਚਾਹੁੰਦਾ ਸੀ ਕਿ ਕੋਈ ਬੰਦਾ ਜਿਹੜਾ ਹੈ ਉਹ ਬਾਹਰ ਨਾ ਸੌਵੇਂ। ਇਸੇ ਵਾਸਤੇ ਉਹਨੇ ਉਹਨਾਂ ਵਾਸਤੇ ਚੇਤੇ ਕਰੋ ਪਨਾਹਗਾਹਾਂ ਬਣਾਈਆਂ ਸਨ, ਸ਼ੈਲਟਰ ਹਾਊਸ ਬਣਾਏ ਸਨ। ਕਿਸੇ ਚੀਜ਼ 'ਚ ਇੰਨੀ ਦਿਲਚਸਪੀ ਸ਼ਾਇਦ ਸਾਰੀਆਂ ਚੀਜ਼ਾਂ 'ਚ ਲੈਂਦੇ ਸਨ, ਲੇਕਿਨ ਇੰਨੀ ਦਿਲਚਸਪੀ ਮੈਂ ਕਿਸੇ ਹੋਰ ਸ਼ਹਿਰ 'ਚ ਨਹੀਂ ਵੇਖੀ ਜਿੰਨੀ ਇਸ ਚੀਜ਼ ਦੇ ਵਿੱਚ ਸੀ। ਮੈਨੂੰ ਇੱਕ ਵਾਰੀ ਉਹਨਾਂ ਨੇ ਅਹਿਕਾਮਾਤ ਦਿੱਤੇ ਕਿ ਮੈਂ ਰਾਤੀ ਜਾਵਾਂ, ਕਿਉਂਕਿ ਉਹਨਾਂ ਨੂੰ ਕਿਤੋਂ ਰਿਪੋਰਟ ਮਿਲੀ। ਮੇਰਾ ਖਿਆਲ ਰਾਤੀ 1 ਵਜੇ ਮੈਨੂੰ ਉਹਨਾਂ ਨੇ ਆਖਿਆ ਕਿ ਹੁਣੇ ਹੀ ਜਾ ਐਸੇ ਵੇਲੇ। ਤੇ ਐਬਟਾਬਾਦ ਦੇ ਵਿੱਚ ਉਹਨਾਂ ਨੂੰ ਕੋਈ ਖਬਰ ਆਈ ਸੀ ਕਿ ਉੱਥੇ ਵੇਖ ਕੇ ਆ ਕੇ ਉੱਥੇ ਲੋਕ ਬਾਹਰ ਸੁੱਤੇ ਨੇ, ਜਾਂ ਉਹਨਾਂ ਨੂੰ ਅੰਦਰ ਜਿਹੜਾ ਸ਼ੈਲਟਰ ਹਾਊਸ ਬਣਾਇਆ ਉੱਥੇ ਸੌਣ ਦਿੱਤਾ ਜਾਏਗਾ। ਮੈਸੇਜ ਦੇ ਵਿੱਚ ਇਹ ਵੀ ਲਿਖਿਆ ਸੀ ਕਿ ਹੁਣੀ ਜਾਈ, ਇਹ ਨਾ ਹੋਵੇ ਕਿ ਹੁਣ ਤੂੰ ਸੋਚੇਂ ਕਿ ਰਾਤ ਬੜੀ ਹੋ ਗਈ ਤੇ ਸਵੇਰੇ ਜਾਣਾ ਹੈ, ਕਿਉਂਕਿ ਰਾਤ ਬੜੀ ਠੰਡੀ ਹੈ ਤੇ ਐਬਟਾਬਾਦ ਦੇ ਵਿੱਚ ਠੰਡ ਹੋਰ ਜ਼ਿਆਦਾ ਹੋਣੀ ਹੈ। ਤੇ ਹੁਣ ਮੈਂ ਸੋਚ ਰਿਹਾ ਕਿ ਉਹ ਤੇ ਚਲਾ ਗਿਆ, ਉਹ ਤੇ ਆਪ ਹੁਣ ਇਸ ਵੇਲੇ ਜੇਲ੍ਹ ਦੇ ਵਿੱਚ ਹੈ, ਮਤਲਬ ਕਿ ਉਹ ਤੇ ਹੁਣ ਵਜ਼ੀਰ ਆਜ਼ਮ ਦੀ ਕੁਰਸੀ ਤੋਂ ਚਲਾ ਗਿਆ ਤੇ ਆਪ ਜੇਲ੍ਹ ਦੇ ਵਿੱਚ ਬੈਠਾ ਹੈ। ਤੇ ਸ਼ਾਇਦ ਉਨੀ ਠੰਡ ਉਹਨੂੰ ਲੱਗਦੀ ਹੋਵੇ ਉੱਥੇ ਜੇਲ੍ਹ ਦੇ ਉਸ ਸੈੱਲ ਦੇ ਵਿੱਚ। ਮੈਂ ਇਮਰਾਨ ਖਾਨ ਸਾਹਿਬ ਦੀ ਗੱਲ ਕਰਦਾ। ਤੇ ਹੁਣ ਵਾਲੇ ਹੁਕਮਰਾਨ ਜਦੋਂ ਆਪਣੇ ਨਿੱਘੇ ਬਿਸਤਰਿਆਂ ਦੇ ਵਿੱਚ, ਰਜ਼ਾਈਆਂ ਦੇ ਵਿੱਚ ਸੌਂਦੇ ਨੇ ਤੇ ਇਹਨਾਂ ਨੂੰ ਹੋਸ਼ ਨਹੀਂ ਆਉਂਦੀ ਵੀ ਲਾਹੌਰ ਦੀਆਂ ਸੜਕਾਂ ਦੇ ਉੱਤੇ, ਇਸਲਾਮਾਬਾਦ ਦੀਆਂ ਸੜਕਾਂ ਦੇ ਉੱਤੇ, ਜਾਂ ਐਬਟਾਬਾਦ ਦੀਆਂ ਜਾਂ ਦੂਜੇ ਸ਼ਹਿਰਾਂ ਦੀਆਂ ਸੜਕਾਂ ਦੇ ਉੱਤੇ ਗਰੀਬ ਜਿਹੜੇ ਨੇ ਉਹ ਸੜਕਾਂ ਤੇ ਰੁਲ ਗਏ ਨੇ। ਜਦੋਂ ਇਮਰਾਨ ਖਾਨ ਸਾਹਿਬ ਨੇ ਪ੍ਰੋਗਰਾਮ ਸ਼ੁਰੂ ਕੀਤਾ ਸੀ ਤੇ ਉਦੋਂ ਲੋਕਾਂ ਨੂੰ ਹਾਸੇ ਆਉਂਦੇ ਸਨ। ਮੈਨੂੰ ਇਸ ਗੱਲ ਦੀ ਸਮਝ ਆਈ ਹੁਣੇ ਹੀ। ਮੈਂ ਰੋਮ ਦੇ ਵਿੱਚ ਸਾਂ। ਰੋਮ ਦਾ ਜਿਹੜਾ ਬੜਾ ਇੱਕ ਸੈਂਟਰਲ ਏਰੀਆ ਸੀ, ਉਹਦੇ ਵਿੱਚ ਅਸੀਂ ਕੁਝ ਪਾਕਿਸਤਾਨੀਆਂ ਦੇ ਨਾਲ ਮੈਂ ਇੱਕ ਮੀਟਿੰਗ ਖਤਮ ਕਰਕੇ ਆ ਕੇ ਉੱਥੇ ਗੱਡੀ 'ਚੋਂ ਉਤਰ ਰਹੇ ਸਾਂ, ਪਾਰਕਿੰਗ 'ਚ ਖੜੇ ਸਾਂ ਤੇ ਸਾਹਮਣੇ ਇੱਕ ਮਜ਼ਦੂਰ ਜਿਹੜਾ ਸੀ, ਮਿਹਨਤਕਸ਼ ਸੀ, ਉਹ ਸਾਰਾ ਦਿਨ ਆਪਣੀ ਮਜ਼ਦੂਰੀ ਕਰਕੇ ਤੇ ਉੱਥੇ ਇੱਕ ਪੱਥਰ ਦੀ ਜਿਹੜੀ ਇੱਕ ਸਲੇਟ ਸੀ, ਉਹਦੇ ਉੱਤੇ ਦੁਕਾਨ ਦੇ ਸਾਹਮਣੇ, ਦੁਕਾਨ ਦੀਆਂ ਜਿਹੜੀਆਂ ਪੌੜੀਆਂ ਨੇ, ਸੀੜੀਆਂ ਨੇ, ਮਾਰਬਲ ਦੀਆਂ ਬਣੀਆਂ ਸਨ, ਉਹਨਾਂ ਦੇ ਉੱਤੇ ਪਤਲੀ ਜੀ ਰਜ਼ਾਈ ਲੈ ਕੇ ਲੰਮਾ ਪਿਆ ਸੀ ਤੇ ਕੁੰਗੜਿਆ ਹੋਇਆ ਸੀ। ਬਿਲਕੁਲ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਇਕੱਠਾ ਹੋਇਆ ਹੋਵੇ, ਜਿਵੇਂ ਉਂਗਲਾਂ ਦਾ ਮੁੱਕਾ ਬਣਾਈਏ ਤੇ ਇੰਜ ਇਕੱਠਾ ਹੋਇਆ। ਤੇ ਮੈਂ ਉਹਨਾਂ ਨੂੰ ਆਖਿਆ, ਜਿਹੜੇ ਕਿਉਂਕਿ ਉਹਨਾਂ ਦੇ ਵਿੱਚ ਪਾਕਿਸਤਾਨੀਆਂ 'ਚ ਕੁਝ ਐਸੇ ਵੀ ਸੱਜਣ ਆਪ ਮਜ਼ਦੂਰੀਆਂ ਕੀਤੀਆਂ ਨੇ ਉੱਥੇ, ਉਹਨਾਂ ਨੂੰ ਮੈਂ ਪੁੱਛਿਆ ਵੀ ਇਹ ਜਿਹੋ ਜਿਹੀ ਇਹਨੇ ਰਜ਼ਾਈ ਲਈ ਹੈ, ਇਹਦੇ ਨਾਲ ਇਹਦੀ ਠੰਡ ਤੇ ਨਹੀਂ ਰੁਕਦੀ ਹੋਏਗੀ? ਤੇ ਉਹਨਾਂ ਕਿਹਾ ਜੀ ਠੰਡ ਕੀ ਰੁਕਣੀ ਹੈ, ਥੱਲੇ ਜਿਹੜਾ ਪੱਥਰ ਹੈ ਉਹ ਸੋਚੋ ਕਿੰਨਾ ਠੰਡਾ ਹੋਏਗਾ। ਪਰ ਮਜਬੂਰੀਆਂ ਨੇ। ਫਿਰ ਉਹਨਾਂ ਦਾਸਤਾਨਾਂ ਸੁਣਾਈਆਂ ਕਿ ਉੱਥੇ ਕਿਹੜੀਆਂ ਹੋਰ ਮਜਬੂਰੀਆਂ ਉਹਨਾਂ ਆਪਣੀਆਂ ਅੱਖਾਂ ਨਾਲ ਵੇਖੀਆਂ ਨੇ, ਬੀਤੀਆਂ ਨੇ। ਤੇ ਮੈਨੂੰ ਦੱਸੋ, ਇਹ ਜਿਹੜੇ ਪ੍ਰਦੇਸ਼ ਜਾਂਦੇ ਨੇ, ਇਹ ਕੋਈ ਸੌਖੇ ਜਾਂਦੇ ਨੇ? ਇਹ ਕੋਈ ਸ਼ੌਕ ਨਾਲ ਜਾਂਦੇ ਨੇ? ਇਹ ਬਾਹਰ ਇਹ ਮੁਸੀਬਤਾਂ ਸ਼ੌਕ ਨਾਲ ਚੱਲਦੇ ਨੇ? ਜੇ ਇਹਨਾਂ ਨੂੰ ਪਾਕਿਸਤਾਨ ਦੇ ਵਿੱਚ 2 ਵੇਲੇ ਦੀ ਇੱਜ਼ਤ ਨਾਲ ਰੋਟੀ ਲੱਭੇ ਤੇ ਮੈਂ ਠੀਕ ਹੈ। ਕੁਝ ਤੇ ਇਹਨਾਂ ਦੇ ਵਿੱਚੋਂ ਬੜੇ ਇਹ ਵੀ ਕਰਦੇ ਹੋਣਗੇ ਕਿ ਜਿਨ੍ਹਾਂ ਦੇ ਇੰਪ੍ਰੈਕਟੀਕਲ ਸੋਚਾਂ ਨੇ ਜਾਂ ਖਵਾਇਸ਼ਾਂ ਨੇ, ਲੇਕਿਨ ਬਹੁਤੇ ਸਾਰੇ ਤੇ ਰੋਟੀ ਲੱਭਣ ਹੀ ਜਾਂਦੇ ਨੇ। ਅਗਲੀ ਖਬਰ ਜਿਹੜੀ ਹੈ ਉਹ ਸਾਡੇ ਸਾਹਮਣੇ ਇਹ ਹੈ ਕਿ ਨਵੀਂ ਕਸ਼ਤੀ ਜਿਹੜੀ ਹੈ ਉਹ ਡੁੱਬ ਗਈ ਹੈ ਤੇ ਨਵੀਂ ਕਸ਼ਤੀ ਲੀਬੀਆ ਤੋਂ ਯੂਰਪ ਆਉਂਦੀ ਡੁੱਬੀ ਹੈ ਔਰ 65 ਦੇ ਕਰੀਬ ਪਾਕਿਸਤਾਨੀ ਇਹਦੇ ਵਿੱਚ ਸਵਾਰ ਸਨ। 10 ਲੋਕਾਂ ਦੀਆਂ ਲਾਸ਼ਾਂ ਆਲਰੇਡੀ ਸਮੁੰਦਰ 'ਚੋਂ ਕੱਢ ਲਈਆਂ ਗਈਆਂ ਨੇ। ਹੁਣ ਇਹ ਨਹੀਂ ਪਤਾ ਵੀ ਇਸ ਕਸ਼ਤੀ 'ਚ ਕਿੰਨੀਆਂ ਮਾਵਾਂ ਦੀਆਂ ਜਿਹੜੇ ਲਾਲ ਨੇ ਉਹ ਡੁੱਬੇ ਨੇ ਤੇ ਇਸ ਕਸ਼ਤੀ ਨੇ ਕਿੰਨੀਆਂ ਮਾਵਾਂ ਦੀ ਹਿੱਕ ਸਾੜਨੀ ਹੈ ਤੇ ਕਿੰਨੀਆਂ ਦੇ ਜਿਹੜੇ ਅਥਰੂ ਨੇ ਉਹ ਅਗਲੇ ਕਈ ਸਾਲ ਜਿਹੜੇ ਨੇ ਉਹ ਵਗਣੇ ਨੇ। ਇਹ ਆਏ ਦਿਨ ਜਿਹੜੀਆਂ ਕਸ਼ਤੀਆਂ ਡੁੱਬਦੀਆਂ ਨੇ, ਇਹਦੇ ਵਿੱਚ ਹਾਲ ਹੀ ਦੇ ਵਿੱਚ ਇੱਕ ਬੜਾ ਸ਼ਾਹਿਦ ਹਕਾਨ ਅਬਾਸੀ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਇਹ ਹੁਣ ਜਿਹੜੀਆਂ ਕਸ਼ਤੀਆਂ ਡੁੱਬਦੀਆਂ ਨੇ, ਇਹ ਸਾਨੂੰ ਇਸ ਤੋਂ ਇਹਨਾਂ ਦਾ ਪਤਾ ਹੈ ਹਰ ਰੋਜ਼ ਡੁੱਬਦੀਆਂ ਵੀ ਇਹਨਾਂ 'ਚ ਪਾਕਿਸਤਾਨੀ ਦੀ ਤਾਦਾਦ ਬੜੀ ਹੈ। ਕਸ਼ਤੀਆਂ ਤੇ ਪਹਿਲਾਂ ਵੀ ਡੁੱਬਦੀਆਂ ਸਨ ਇਹਨਾਂ ਸਮੁੰਦਰਾਂ 'ਚ, ਪਰ ਉਹਨਾਂ 'ਚ ਸੋਮਾਲੀਆ ਵਾਲੇ, ਅਫਗਾਨਿਸਤਾਨ ਵਾਲੇ ਔਰ ਦੂਜੇ ਮੁਲਕਾਂ ਦੇ ਲੋਕ ਹੁੰਦੇ ਸਨ। ਹੁਣ ਹਾਲਾਤ ਪਾਕਿਸਤਾਨ ਦੇ ਹੀ ਇਹਨਾਂ ਨੇ ਏਡੇ ਮਾੜੇ ਕਰ ਛੱਡੇ ਨੇ ਕਿ ਹੁਣ ਜਦੋਂ ਕਸ਼ਤੀ ਡੁੱਬਦੀ ਹੈ ਤੇ ਬਹੁਤੇ ਸਾਰੇ ਉਹਦੇ ਵਿੱਚ ਡੁੱਬਣ ਵਾਲੇ ਜਿਹੜੇ ਨੇ ਉਹ ਪਾਕਿਸਤਾਨੀ ਨਿਕਲਦੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ। ਮੁਜੀਬੁਰ ਰਹਿਮਾਨ ਸ਼ਾਮੀ ਸਾਹਿਬ ਜਿਹੜੇ ਨੇ, ਉਹਨਾਂ ਨੇ ਮਰੀਮ ਨਵਾਜ਼ ਸਾਹਿਬਾ ਦੀਆਂ ਤਾਰੀਫਾਂ ਕੀਤੀਆਂ ਨੇ। ਬਜ਼ੁਰਗ ਨੇ ਸਾਡੇ, ਜ਼ਾਹਿਰ ਹੈ ਉਮਰ ਤੋਂ ਸਾਡੇ ਤੋਂ ਵਧੇਰ ਨੇ, ਹਿਸਟਰੀ ਵੀ ਪਾਕਿਸਤਾਨ ਦੀ ਵੇਖ ਰੱਖੀ ਹੈ, ਸਹਾਫਤ ਵੀ ਲੰਮੀ ਕਰ ਰੱਖੀ ਹੈ। ਅਸੀਂ ਤੇ ਉਹਨਾਂ ਦਾ ਇਹਤਰਾਮ ਹੀ ਕਰਦੇ ਹਾਂ, ਲੇਕਿਨ ਜਿਹੜੀ ਉਹਨਾਂ ਸਟੇਟਮੈਂਟ ਦਿੱਤੀ ਉਹ ਤੁਹਾਡੇ ਸਾਹਮਣੇ ਰੱਖਦੇ ਨੇ। ਰਾਏ ਤੁਸੀਂ ਆਪ ਪੈਦਾ ਕਰ ਲਓ। ਮਰੀਮ ਨਵਾਜ਼ ਵਿੱਚ ਕਾਇਦਾਨਾ ਸਲਾਹੀਅਤਾਂ ਨੇ, ਉਹ ਬੜੀ ਮੁਤਮਈਨ ਨੇ। ਮਤਲਬ ਕਿ ਮਰੀਮ ਨਵਾਜ਼ ਸਾਹਿਬਾ ਬਹੁਤ ਮੁਤਮਈਨ ਨੇ, ਉਹ ਆਪਣਾ ਕੰਮ ਕਰ ਰਹੀਆਂ ਨੇ। ਇਹਨਾਂ ਨੂੰ ਅਪੋਜੀਸ਼ਨ ਦੀ ਕੋਈ ਪਰਵਾਹ ਨਹੀਂ ਹੈ ਔਰ ਉਹਨਾਂ ਦਾ ਰਾਹ ਕੋਈ ਨਹੀਂ ਡੱਕ ਸਕਦਾ ਔਰ ਨਾ ਹੀ ਅਪੋਜੀਸ਼ਨ ਡੱਕ ਸਕਦੀ ਹੈ। ਮਰੀਮ ਨਵਾਜ਼ ਲੋਕਾਂ ਦੇ ਦਿਲਾਂ ਦੇ ਵਿੱਚ ਉਤਰਦੀ ਜਾ ਰਹੀ ਹੈ। ਹੁਣ ਲੋਕਾਂ ਦੇ ਦਿਲਾਂ ਤੋਂ ਉਤਰਦੀ ਜਾ ਰਹੀ ਹੈ ਕਿ ਲੋਕਾਂ ਦੇ ਦਿਲਾਂ ਵਿੱਚ ਉਤਰਦੀ ਜਾ ਰਹੀ ਹੈ, ਇਹ ਮੈਨੂੰ ਨਹੀਂ ਪਤਾ। ਬਹਰਹਾਲ ਮੁਜੀਬੁਰ ਰਹਿਮਾਨ ਸ਼ਾਮੀ ਸਾਹਿਬ ਨੇ ਤੇ ਇਹ ਆਖਿਆ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਉਤਰਦੀ ਜਾ ਰਹੀ ਹੈ ਮਰੀਮ ਨਵਾਜ਼।
ਇੱਕ ਗੱਲ ਤੇ ਇਹਨਾਂ ਦੀ ਸੱਚੀ ਹੈ ਵੀ ਆਪੋਜੀਸ਼ਨ ਇਹਨਾਂ ਦਾ ਰਾਹ ਨਹੀਂ ਰੱਖ ਸਕਦੀ। ਆਪੋਜੀਸ਼ਨ ਤੇ ਤਕਰੀਰ ਕਰਦਿਆਂ ਵੇਲੇ ਇਤਜਾਜ ਨਹੀਂ ਕਰਦੀ। ਸਾਡੇ ਵਾਲੇ ਤਾਂ ਜਵਾਨ ਇਹੋ ਜਿਹੇ ਨੇ, ਤਨਕੀਦ ਕਰਾਂ ਤੇ ਆਂਦੇ ਨੇ ਨਹੀਂ MNA ਤੋਂ ਸਾਡੀ ਜਿਹੜੀ ਹੈ ਨਾ ਉਹ ਪਰਫਾਰਮੈਂਸ ਬਿਹਤਰ ਹੈ। MNA ਨੂੰ ਆਖੀਏ ਤਾਂ ਆਂਦੇ ਨੇ MPA ਤੋਂ ਬਹੁਤੀ ਹੈ, ਤੇ ਜੇ ਦੋਵਾਂ ਨੂੰ ਆਖੀਏ ਤੇ ਆਂਦੇ ਨੇ ਤੁਸੀਂ ਕਿਸੇ ਹੋਰ ਦੇ ਏਜੰਡੇ ਤੇ ਕੰਮ ਕਰਨ ਡਏ ਹੋ, ਤੁਸੀਂ ਖਾਮਖਾਹ ਸਾਡੇ ਤੇ ਤਨਕੀਦ ਕਰਨ ਡਏ ਹੋ। ਸਾਨੂੰ ਕੋਈ ਸਮਝ ਨਹੀਂ ਆਉਂਦੀ ਵੀ ਕਿਹੜੇ ਪਾਸੇ ਜਾਈਏ। ਅਸੀਂ ਵੀ ਮਜਬੂਰ ਹਾਂ, ਜਦੋਂ ਤੱਕ ਉਹ ਲੀਡਰ ਜਿਹੜਾ ਉਹ ਜੇਲ੍ਹ ਦੇ ਵਿੱਚ ਹੈ, ਸਾਨੂੰ ਵੀ ਜ਼ਾਹਿਰ ਹੈ ਇਹ ਗੱਲਾਂ ਕਰਨੀਆਂ ਪੈਣੀਆਂ ਨੇ। ਤੇ ਬਹਰਹਾਲ ਇਹ ਮੁਜੀਬੁਰ ਰਹਿਮਾਨ ਸ਼ਾਮੀ ਸਾਹਿਬ ਦਾ ਜਿਹੜੀ ਗੱਲਬਾਤ ਹੈ, ਇਹ ਦੱਸਣਾ ਜ਼ਰਾ ਕਮੈਂਟ ਕਰਕੇ ਵੀ ਤੁਹਾਡੇ ਚੋਂ ਕਿੰਨੇ ਕੁ ਸਮਝਦੇ ਨੇ ਕਿ ਮਰੀਮ ਨਵਾਜ਼ ਸਾਹਿਬ ਅੱਜ ਕਾਇਦਾਨਾ ਸਲਾਹੀਤਾਂ ਨੇ, ਮੁਤਮਈਨ ਹੈ ਨੇ ਉਹ। ਇਹ ਤੇ ਮੈਂ ਸ਼ਾਮੀ ਸਾਹਿਬ ਬਾਜੀ ਮੇਰੀ ਮੁਤਮਈਨ ਬੜੀ ਹੈ, ਮੁਤਮਈਨ ਤੁਸੀਂ ਵੀ ਬੜੇ ਹੋ ਸਰ, ਤੇ ਮੁਤਮਈਨ ਸਾਡੀ ਬਾਜੀ ਵੀ ਬੜੀ ਹੈ। ਮੈਂ ਤੇ ਵੈਸੇ ਉਹਨਾਂ ਨੂੰ ਵੇਖਿਆ ਵੀ ਉਹ ਜਿਸ ਵੇਲੇ ਨਕਲ ਮਾਰਦੀਆਂ ਸਨ ਸਕੂਲ ਕਾਲਜ ਦੇ ਵਿੱਚ, ਉਦੋਂ ਵੀ ਬੜੀ ਮੁਤਮਈਨ ਸਨ। ਫਿਰ ਜਿਸ ਵੇਲੇ ਉਹਨਾਂ ਨੂੰ ਕਾਲਜ ਤੋਂ ਕੱਢਿਆ ਗਿਆ ਸੀ, ਬੜੀ ਉਹ ਮੁਤਮਈਨ ਰਹੇ ਨੇ। ਉਹ ਰਹੇ ਮੁਤਮਈਨ ਨੇ ਸਾਰੀ ਉਮਰ ਜੋ ਕੁਝ ਵੀ ਉਹਨਾਂ ਕੀਤਾ ਹੈ। ਤੇ ਜਦੋਂ ਉਹਨਾਂ ਆਖਿਆ ਸੀ ਮੇਰੀ ਲੰਡਨ ਤੇ ਕੀ ਪਾਕਿਸਤਾਨ 'ਚ ਵੀ ਕੋਈ ਪ੍ਰਾਪਰਟੀ ਨਹੀਂ, ਉਦੋਂ ਵੀ ਬੜੇ ਮੁਤਮਈਨ ਤਰੀਕੇ ਨਾਲ ਉਹਨਾਂ ਆਖਿਆ ਸੀ। ਚੇਤੇ ਕਰੋ ਹੁਣੇ ਹੀ ਉਹ ਜਿਸ ਵੇਲੇ ਗਏ ਸਨ ਉੱਥੇ ਅਲਾਮਾ ਇਕਬਾਲ ਸਾਹਿਬ ਦੇ ਮਜ਼ਾਰ ਤੇ ਉੱਥੇ ਉਹਨਾਂ ਰਜਿਸਟਰ ਦੇ ਵਿੱਚ ਲਿਖਣਾ ਸੀ, ਉੱਥੇ ਕਦੇ ਉਹ ਕਾ ਲਿਖਦੇ ਸਨ, ਕਦੇ ਕੀ ਲਿਖਦੇ ਸਨ, ਕਦੀ ਕੇ ਲਿਖਦੇ ਸਨ, ਤੇ ਉਹ ਵੀ ਬੜੇ ਮੁਤਮਈਨ ਤਰੀਕੇ ਨਾਲ ਲਿਖ ਰਹੇ ਸਨ। ਉਹ ਤੇ ਉਹ ਕੈਮਰਾਮੈਨ ਅਗਰ ਜ਼ੂਮ ਨਾ ਕਰਦਾ ਤੇ ਜਿੱਡਾ ਸਟਾਈਲ ਬਣਾ ਕੇ ਇੰਜ ਕਰਕੇ ਬਾਜੀ ਲਿਖ ਰਹੀ ਸੀ, ਬਾਜੀ ਤੇ ਇੰਜ ਹੀ ਲੱਗ ਰਹੀ ਸੀ ਕਿ ਮਲਕਾ ਬਰਤਾਨੀਆ ਹੈ। ਤੇ ਪਤਾ ਨਹੀਂ ਬਾਜੀ ਕਿਹੜੇ ਉੱਥੇ ਕਿਸੇ ਓਪਰਾ ਪਲੇ ਜਿਹੜਾ ਕੋਈ ਪਲੇ ਹੈ ਉਹਦੇ ਕੋਈ ਲਿਰਿਕਸ ਜਿਹੜੇ ਨੇ ਉਹ ਲਿਖ ਰਹੀ ਹੈ ਬਾਜੀ, ਤੇ ਜਾਂ ਪਤਾ ਨਹੀਂ ਹਿਸਟਰੀ ਦੇ ਕਿਹੜੇ ਨਵਾਦਰਾਤ ਨੇ ਉੱਥੇ ਜਿਹੜੇ ਬਾਜੀ ਚੁਣ ਰਹੀ ਹੈ। ਤੇ ਕੰਮ ਤੇ ਬਾਜੀ ਮੁਤਮਈਨ ਹੋ ਕੇ ਕਰਦੀ ਹੈ, ਜਿਹੜਾ ਮਰਜ਼ੀ ਕਰੇ, ਮਤਲਬ ਉਹ ਕੰਮ ਜਿੱਡਾ ਮਰਜ਼ੀ ਮਾੜਾ ਕਰਨ ਰਹੀ ਹੋਵੇ ਬਾਜੀ। ਜਦੋਂ ਬਾਜੀ ਨੇ ਦੱਸਿਆ ਵੀ ਮੇਰੇ ਕੋਲ ਸਾਰਿਆਂ ਦੀਆਂ ਗੰਦੀਆਂ ਫਿਲਮਾਂ ਨੇ, ਔਰ ਫਿਰ ਉਹਨਾਂ ਫਿਲਮਾਂ ਦੀ ਤਫਸੀਲ ਵੀ ਦੱਸੀ, ਜਦੋਂ ਪਤਾ ਲੱਗਾ ਵੀ ਬਾਜੀ ਕੋਲ ਵਾਕਈ ਹੋਣਗੀਆਂ ਵੀ, ਔਰ ਤੇ ਬਾਜੀ ਨੇ ਵੇਖੀਆਂ ਵੀ ਨੇ ਉਹ ਸਾਰੀਆਂ, ਉਹ ਵੀ ਬੜੇ ਮੁਤਮਈਨ ਤਰੀਕੇ ਨਾਲ ਉਹਨਾਂ ਕੀਤਾ ਸੀ। ਤੇ ਇਹ ਤੁਸੀਂ ਜਿਹੜੇ ਇਤਮਾਨਾਨ ਨਾਲ ਸ਼ਾਮੀ ਸਾਹਿਬ ਸਾਡੇ ਬਜ਼ੁਰਗੋ ਤੁਸੀਂ ਖਬਰ ਦਿੱਤੀ ਹੈ, ਇਹ ਮੈਨੂੰ ਮੇਰੀ ਸਮਝ ਤੋਂ ਬਾਹਰ ਹੈ ਕਿ ਤੁਸੀਂ ਐਡੇ ਮੁਤਮਈਨ ਕਿਸ ਤਰ੍ਹਾਂ ਹੋਏ ਖਬਰ ਦਿੰਦੇ ਹੋਏ। ਬਹਰਹਾਲ ਸਾਡੇ ਬਜ਼ੁਰਗੋ ਤੁਸੀਂ ਮੁਤਮਈਨ ਹੋ ਤੇ ਅਸੀਂ ਇਹਦੇ ਤੇ ਇਤਰਾਜ਼ ਤੇ ਨਹੀਂ ਕਰ ਸਕਦੇ। ਅੱਲਾਹ ਤੁਹਾਨੂੰ ਮੁਤਮਈਨ ਰੱਖੇ, ਸਾਰੀ ਉਮਰ ਵੀ ਤੁਸੀਂ ਮੁਤਮਈਨ ਹੀ ਰਹੇ ਹੋ, ਚਲੋ ਅੱਗੋਂ ਵੀ ਅੱਲਾਹ ਤੁਹਾਨੂੰ ਮੁਤਮਈਨ ਰੱਖੇ ਸਰ, ਮਿਹਰਬਾਨੀ ਤੁਹਾਡੀ। ਅੱਗੇ ਚੱਲਦੇ ਹਾਂ ਜੀ। ਅਗਲੀ ਖਬਰ ਇਹ ਹੈ ਕਿ ਜਿਹੜੇ ਰਜ਼ਾ ਰਬਾਨੀ ਸਾਹਿਬ ਨੇ ਉਹਨਾਂ ਦੀ ਗੈਰਤ ਵੀ ਜਾਗੀ ਹੈ। ਉਹਨਾਂ ਵੀ ਆਖਿਆ ਵੀ ਜਗੀਰਦਾਰਾ ਮੇਰੀ ਭੈਣ ਦਾ ਦੁਪੱਟਾ ਵਾਪਸ ਦੇ ਦੇ। ਭੈਣ ਨਹੀਂ ਮੰਗੀ ਉਹਨਾਂ, ਭੈਣ ਦਾ ਦੁਪੱਟਾ ਮੰਗਿਆ ਜੀ ਹਾਂ। ਤੇ ਉਹ ਜਗੀਰਦਾਰ ਜਿਹੜਾ ਉਹਨੇ ਭੈਣ ਵੀ ਰੱਖੀ ਹੈ, ਲੇਕਿਨ ਰਜ਼ਾ ਰਬਾਨੀ ਸਾਹਿਬ, ਇਹ ਮਤਲਬ ਕਹਿਣ ਦਾ ਮੇਰਾ ਮਤਲਬ ਜਿਹੜਾ ਫਿਲਮ ਦਾ ਡਾਇਲੌਗ ਸੀ ਉਹ ਦੱਸਣ ਡਿਆ, ਤੇ ਉਹਨੇ ਵੀ ਜਗੀਰਦਾਰ ਦੇ ਕੋਲੋਂ ਦੁਪੱਟਾ ਹੀ ਮੰਗਿਆ। ਇਸੇ ਤਰੀਕੇ ਨਾਲ ਜਿਹੜੇ ਸਾਡੇ ਮਾਸ਼ਾਅੱਲਾ ਰਜ਼ਾ ਰਬਾਨੀ ਸਾਹਿਬ ਨੇ, ਬੜੇ ਵੱਡੇ ਡੈਮੋਕ੍ਰੈਟ ਨੇ, ਉਹ ਪਾਰਲੀਮੈਂਟ ਦੀ ਇੱਜ਼ਤ ਲੁੱਟ ਲਈ ਗਈ ਹੈ। ਉਸੇ ਪਾਰਲੀਮੈਂਟ 'ਚ ਖਲੋ ਕੇ ਤੇ ਆਂਦੇ ਨੇ ਵੀ IMF ਵਾਲਿਆਂ ਦੀ ਜੁਰਤ ਕਿਵੇਂ ਹੋਈ। ਉਹਨਾਂ ਆਖਿਆ ਵੀ ਅਸੀਂ ਹੁਣ ਅੱਗੋਂ ਕਰਜ਼ਾ ਦਿੰਦੇ ਹੋਇਆ ਤੁਹਾਡਾ ਅਦਾਲਤੀ ਨਿਜ਼ਾਮ ਵੀ ਚੈੱਕ ਕਰਨਾ ਵੀ ਤੁਸੀਂ ਇਨਸਾਫ ਦਿੰਦੇ ਹੋ ਕਿ ਨਹੀਂ। ਇਹ ਮਿਲਟਰੀ ਕੋਰਟਾਂ, ਇਹ ਜ਼ੁਲਮ ਜਿਹੜਾ ਕਰ ਰਹੇ ਹੋ, ਇਹ ਜਿਹੜਾ ਸੁਪਰੀਮ ਕੋਰਟ ਤੇ ਕਬਜ਼ਾ, 26ਵੀਂ ਆਈਨੀ ਤਰਮੀਮ, ਇਹ ਸਭ ਕੁਝ ਖਿਲਾਫ ਕਾਨੂੰਨ ਹੈ, ਪੀਕਾ ਦਾ ਐਕਟ, ਤੇ ਅਸੀਂ ਕਰਜ਼ਾ ਦੇਣ ਤੋਂ ਪਹਿਲਾਂ ਵੇਖਣਾ ਵੀ ਤੁਸੀਂ ਬੰਦੇ ਦੇ ਪੁੱਤਰ ਬਣਦੇ ਹੋ ਕਿ ਨਹੀਂ। ਉਹਨਾਂ ਆਖਿਆ ਇਹਨਾਂ ਦੀ ਜੁਰਤ ਕਿਸ ਤਰ੍ਹਾਂ ਹੋ ਸਕਦੀ ਹੈ ਗੱਲ ਕਰਨ ਦੀ। ਉਹਨਾਂ ਨੇ ਇਹਨਾਂ ਦੇ ਵੀਜ਼ੇ ਕੈਂਸਲ ਕਰੋ ਤੇ ਇੱਥੋਂ ਕੱਢ ਦਿਓ ਇਹਨਾਂ ਨੂੰ। ਇਹ ਕਿੰਨੇ ਗੱਲ ਆਖੀ ਹੈ, ਇਹ ਰਜ਼ਾ ਰਬਾਨੀ ਸਾਹਿਬ ਨੇ ਬਿਲਕੁਲ ਉਂਝੀ ਹੈ ਵੀ ਜਗੀਰਦਾਰਾ ਮੇਰੀ ਭੈਣ ਦਾ ਦੁਪੱਟਾ ਵਾਪਸ ਦੇ ਦੇ। ਤੇ ਉਹਨਾਂ ਨੂੰ ਇਹ ਨਹੀਂ ਸਮਝ ਵੀ ਇਸੇ ਪਾਰਲੀਮੈਂਟ ਨੇ ਜਿਹੜੀ ਉਹ ਅਦਲੀਆ ਵੀ ਲੁੱਟ ਲਈ ਹੈ, ਤੇ ਇਸੇ ਪਾਰਲੀਮੈਂਟ ਨੂੰ ਚੌਧਰੀ ਨੇ ਲੁੱਟ ਲਿਆ, ਤੇ ਆਪ ਵੀ ਬਿਲਕੁਲ ਅਲਫ ਨੰਗੇ ਖਲੋਤੇ ਨੇ। ਮੈਂ ਮੈਟਾਫੋਰੀਕਲੀ ਕਹਿਣ ਡਿਆ, ਉਸ ਤਰ੍ਹਾਂ ਤੇ ਨੰਗਾ ਕਰਕੇ ਅਸੀਂ ਰਜ਼ਾ ਰਬਾਨੀ ਸਾਹਿਬ ਨੂੰ ਕੀ ਲੈਣਾ, ਸਾਡੇ ਬਜ਼ੁਰਗ ਨੇ, ਸਾਡੇ ਲਈ ਇਹਤਰਾਮ ਦੀ ਜਗ੍ਹਾ ਤੇ ਨੇ। ਤੇ ਲੇਕਿਨ ਇੱਕ ਵਾਰੀ 1 ਮਿੰਟ ਵਾਸਤੇ ਸੋਚੋ ਕਿ ਰਜ਼ਾ ਰਬਾਨੀ ਸਾਹਿਬ ਨੇ ਐਨਕਾਂ ਲਾਈਆਂ ਨੇ ਤੇ ਡੋਰੀਆਂ ਲਮਕ ਰਹੀਆਂ ਨੇ, ਉਹਨਾਂ ਦੀਆਂ ਜਿਹੜੀਆਂ ਐਨਕਾਂ ਨੂੰ ਉਹਨਾਂ ਨੇ ਡੋਰੀ ਬੰਨੀ ਹੁੰਦੀ ਤੇ ਅਲਫ ਨੰਗੇ ਖਲੋਤੇ, ਵਾਲ ਉਹਨਾਂ ਦੇ ਲੰਮੇ ਨੇ ਤੇ ਪਿੱਛੇ ਚੋਟੀ ਉਹਨਾਂ ਬਣਾਈ ਹੈ, ਤੇ ਅਲਫ ਨੰਗੇ ਖਲੋਤੇ ਉੱਥੇ ਤਕਰੀਰ ਕਰ ਰਹੇ ਨੇ ਤੇ ਇੱਜ਼ਤ ਤੇ ਸ਼ਰਮ ਦੀਆਂ ਗੱਲਾਂ ਕਰਨ ਡਏ ਨੇ, ਤੇ IMF ਨੂੰ ਜਿਹੜੀਆਂ ਧਮਕੀਆਂ ਲਾਉਣ ਡਏ ਨੇ। ਕੌਣ ਲੋਕ ਹੋ ਤੁਸੀਂ? ਬਹਰਹਾਲ ਚਲੋ, ਤੁਹਾਡੀ ਫਿਲਮ ਚੱਲਦੀ ਰਹੀ, ਬੜਾ ਚਿਰ ਚੱਲਦੀ ਰਹੀ, ਹੁਣ ਅੱਗੋਂ ਅਸੀਂ ਕੀ ਕਹੀਏ। ਅੱਛਾ ਜੀ, ਇਹਦੇ ਤੇ ਆਫਤਾਬ ਇਕਬਾਲ ਸਾਹਿਬ ਨੇ ਵੀ ਇੱਕ ਬੜਾ ਸੁਥਰਾ ਤੇ ਤਗੜਾ ਤਜਜ਼ੀਆ ਕੀਤਾ। ਉਹਨਾਂ ਕਿਹਾ ਜੀ ਕਿ ਉਹ ਦਿਨ ਚਲੇ ਗਏ ਜਦੋਂ ਅੱਬਾ ਜੀ ਦਾ ਫੋਨ ਆਉਂਦਾ ਸੀ IMF ਨੂੰ ਕਿ ਆਪਣਾ ਬਰਖੁਦਾਰ ਹੈ, ਇਹਦਾ ਖਿਆਲ ਰੱਖਿਓ, ਮਤਲਬ ਜਨਰਲ ਸਾਹਿਬਾਨ ਦਾ, ਤੇ ਪੈਸੇ ਦਿਓ। ਉਹਨਾਂ ਨੇ ਕਿਹਾ ਹੁਣ ਉਹ ਮਜ਼ਾਕ ਜਿਹੜਾ ਉਹ ਰਿਹਾ ਨਹੀਂ, IMF ਦੀਆਂ ਰਕਮਾਂ ਡੁੱਬਣ ਲੱਗੀਆਂ ਨੇ, ਉਹਨਾਂ ਨੇ ਹੁਣ ਆਪਣੀਆਂ ਰਕਮਾਂ ਪੂਰੀਆਂ ਕਰਨੀਆਂ ਨੇ। ਉਹਨਾਂ ਨੂੰ ਲੱਗਦਾ ਵੀ ਇਹ ਜਿਹੜਾ ਕਰਜ਼ਾ ਦਿੱਤਾ ਸਾਡੀਆਂ ਰਕਮਾਂ ਡੁੱਬ ਜਾਣੀਆਂ ਨੇ, ਇਸ ਲਈ ਉਹਨਾਂ ਚੂੜੀ ਟਾਈਟ ਕਰ ਦਿੱਤੀ ਹੈ। ਜਦੋਂ ਉਹਨਾਂ ਚੂੜੀ ਟਾਈਟ ਕਰ ਦਿੱਤੀ ਤੇ ਇਹਨਾਂ ਦੀਆਂ ਹੁਣ ਚੀਕਾਂ ਨਿਕਲ ਰਹੀਆਂ ਨੇ। ਅੱਛਾ ਜੀ, ਅੱਗੋਂ ਇੱਕ ਖਬਰ ਹੈ ਕਿ ਬਿਲਾਵਲ ਔਰ ਆਸਿਮ ਮੁਨੀਰ ਸਾਹਿਬ ਦੀ ਮੂੰਹਮਾਰੀ ਹੋਈ ਹੈ। ਸਾਡੇ ਕੋਲ ਇਹਦੀ ਡਿਟੇਲ ਬਹੁਤੀ ਕੋਈ ਨਹੀਂ, ਸ਼ਹਜ਼ਾਦ ਅਕਬਰ ਸਾਹਿਬ ਨੇ ਖਬਰ ਦਿੱਤੀ ਹੈ। ਇਹ ਖਬਰ ਤੇ ਪਹਿਲਾਂ ਵੀ ਮਾਰਕੀਟ 'ਚ ਇਨ ਸੀ ਕਿ ਜਨਰਲ ਆਸਿਮ ਮੁਨੀਰ ਸਾਹਿਬ ਜਿਹੜੇ ਨੇ ਉਹ ਬਿਲਾਵਲ ਸਾਹਿਬ ਨੂੰ ਪਸੰਦ ਨਹੀਂ ਕਰਦੇ, ਲੇਕਿਨ ਹੁਣ ਖਬਰ ਇਹ ਆਈ ਹੈ ਕਿ ਮੂੰਹਮਾਰੀ ਹੋ ਗਈ ਹੈ। ਹੁਣ ਇਹ ਕਦ ਤੋਂ ਮੂੰਹਮਾਰੀ ਹੋ ਗਈ ਹੈ ਇਹ ਸਾਡੇ ਇਲਮ 'ਚ ਨਹੀਂ ਹੈ, ਲੇਕਿਨ ਇਹ ਖਬਰ ਆਈ ਹੈ ਕਿ ਇਹ ਮੂੰਹਮਾਰੀ ਹੋਈ ਹੈ। ਇਹਦੀ ਡਿਟੇਲ ਲੱਭੀ ਤਾਂ ਤੁਹਾਨੂੰ ਦੱਸਾਂਗੇ। ਅੱਛਾ ਜੀ, ਅਗਲੀ ਖਬਰ ਹੈ ਹਿੰਦੁਸਤਾਨ ਤੋਂ ਹੈ।
ਪਾਕਿਸਤਾਨ ਤਹਿਰੀਕ ਇਨਸਾਫ ਨੇ 8 ਫਰਵਰੀ ਨੂੰ ਜਿਹੜਾ ਇਹਤਜਾਜ ਕੀਤਾ, ਉਹਦੇ ਵਿੱਚ ਮੁxtਲਿਫ ਤਰੀਕਿਆਂ ਨਾਲ ਇਹਤਜਾਜ ਕੀਤਾ। ਜਿਹੜਾ ਗੁਜਰਾਤ ਵਾਲੇ ਨੇ ਉਹਨਾਂ ਨੇ ਜਿਹੜੇ ਪਕਾਨੇ ਨੇ, ਗੁਬਾਰੇ, ਬਲੂਨਸ, ਉਹ ਹਵਾ 'ਚ ਉੱਡਣ ਵਾਲੇ ਜਿਹੜੇ ਹੁੰਦੇ ਨੇ, ਉਹਨਾਂ ਦੇ ਨਾਲ PTI ਦੇ ਝੰਡੇ ਬੰਨ੍ਹ ਕੇ ਤੇ ਉਹਨਾਂ ਉਡਾ ਛੱਡੇ ਕਿ ਪੁਲਿਸ ਵਾਲੇ ਨਾ ਫੜ ਸਕਣ, ਸਾਨੂੰ ਵੀ ਕੀ ਪਤਾ ਕਿੱਥੋਂ ਉੱਡੇ ਨੇ। ਉਹ ਝੰਡੇ ਉੱਡੇ ਤੇ ਉਹ ਫਿਰ ਹਵਾਵਾਂ ਦੇ ਉੱਤੇ ਸਵਾਰ ਹੋ ਗਏ। ਤੁਹਾਨੂੰ ਪਤਾ ਹਵਾ ਤੇ ਕਿਸੇ ਦੀ ਨਹੀਂ ਨਾ, ਉਹਨੇ ਤੇ ਜਿੱਧਰ ਨੂੰ ਵਗਣਾ ਉੱਧਰ ਨੂੰ ਵਗਣਾ, ਤੇ ਹਵਾ ਵਗੀ ਫਿਰ ਪੁਰੇ ਦੀ, ਤੇ ਵਗੀ ਪਰਲੇ ਪਾਸੇ ਨੂੰ, ਹਿੰਦੁਸਤਾਨ ਵਾਲੇ ਪਾਸੇ ਨੂੰ, ਤੇ ਜਿਸ ਵੇਲੇ ਵਗੀ ਤੇ ਬਾਰਡਰ ਕ੍ਰਾਸ ਕਰ ਗਈ, ਕਿਉਂਕਿ ਹਵਾ ਨੂੰ ਤਾਂ ਕੋਈ ਨਹੀਂ ਡੱਕ ਸਕਦਾ, ਤੇ ਨਾ ਹਵਾ ਨੂੰ ਕੋਈ ਡਿਵਾਈਡ ਕਰ ਸਕਦਾ ਤੇ ਨਾ ਡੱਕ ਸਕਦਾ। ਉੱਥੇ ਜਿਸ ਵੇਲੇ ਆਪਣੀ ਤੇ ਉੱਥੋਂ ਦੀਆਂ ਫੌਜ ਦੀਆਂ ਦੌੜਾਂ ਲੱਗ ਗਈਆਂ। ਹਾਂਜੀ, ਹਰ ਪਾਸੇ ਫੌਜ ਹੀ ਹੈ ਭਾਈ, PTI ਦੇ ਮਗਰ ਇੱਧਰ ਵੀ ਫੌਜ ਹੀ ਹੈ ਤੇ ਉੱਧਰ ਵੀ ਫੌਜ ਹੀ ਹੈ, ਮਤਲਬ ਦੌੜਾਂ ਲੱਗੀਆਂ ਨੇ ਹਰ ਪਾਸੇ। ਤੇ PTI ਨਾ ਹੋ ਗਈ, ਪਤਾ ਨਹੀਂ ਕੀ ਹੋ ਗਈ, ਜਿਹਨੇ ਇੰਟਰਨੈਸ਼ਨਲ ਫੌਜਾਂ ਦੀਆਂ ਦੌੜਾਂ ਲਵਾਈਆਂ ਨੇ। ਬਹਰਹਾਲ ਇੱਧਰੋਂ ਗੱਲ ਉੱਧਰ ਗਈ ਤੇ ਕੰਮ ਉੱਧਰ ਵੀ ਉਹੀ ਬਣਿਆ ਵੀ ਉੱਧਰ ਵੀ ਫੌਜ ਦੀਆਂ ਦੌੜਾਂ ਲੱਗੀਆਂ ਰਹੀਆਂ। ਉਹਨਾਂ ਜਨਾਬ ਖੈਰ ਉਹ ਗੁਬਾਰੇ ਸ਼ਬਾਰੇ ਫੜੇ ਤੇ ਫੜ ਕੇ ਉੱਥੋਂ ਜਿਹੜੀ ਰਿਪੋਰਟ ਕੀਤੀ ਹੈ ਸੱਜਣ ਨੇ, ਉਹ ਤੁਹਾਨੂੰ ਸੁਣਾਉਣੇ। ਉਹ ਜ਼ਰਾ ਸੁਣੋ। ਉਹਨਾਂ ਨੇ ਨਾ ਸਿਰਫ ਫੜੇ ਨੇ, ਉਹਨਾਂ ਆਖਿਆ ਕਿ ਆਤੰਕਵਾਦ ਫੈਲ ਸਕਦਾ ਸੀ ਇਹਦੇ ਨਾਲ, ਤੇ ਉਹਨਾਂ ਮੋਦੀ ਦੇ ਕੋਲੋਂ ਤਨਖਾਹਾਂ ਵੀ ਬਹੁਤੀਆਂ ਕਰਨ ਦੀ ਰਿਕੁਐਸਟ ਕੀਤੀ ਹੈ। ਇਹ ਜ਼ਰਾ ਸੁਣੋ ਉੱਥੋਂ ਰਿਪੋर्टिंग की है। यहाँ देख रहे हैं पंचायत गुड़ेखड़ा में आप देख रहे हैं हमारी जितनी VDG की जो हमारी टीम है, तो हमारी जितनी VDG की टीम है, ये रात को यहाँ पहुँची। जो ही हमें पता लगा तो हमारे जितने VDG के लोग हैं यहाँ रात को रहे। यहाँ रात को जो 12 बजे पता लगा तो 12 बजे पूरे रात दिन यहाँ हम लोगों ने यहाँ ड्यूटी की। और आप जानते हैं कि VDG वालों का भी जो है गवर्नमेंट को सोचना चाहिए। मैं ऑनरेबल हमारे जो प्राइम मिनिस्टर जी जो मोदी साहब हैं, हम उनसे ये रिक्वेस्ट करते हैं कि VDG वालों का भी सोचना चाहिए, क्योंकि 4-4.5 हज़ार से इनका कोई भी गुजारा नहीं होता है, क्योंकि ये आतंकवादियों से आतंकवाद को ख़त्म करने के लिए ये VDG जो है ये सक्षम है। सुन लिया जे, इत्ते हुण मेरा कोई तजिया नहीं, मैनूं इत्थों दिओ इजाजत ते रब रख।